ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਪੜ੍ਹਾਂਗੇ ਸ਼ਾਹ ਹੁਸੈਨ ਦੀ ਰਚਨਾ ਮਿਜ਼ਵਾਨੀ। ਆਓ ਪਹਿਲਾਂ ਜਾਣੀਏ ਸ਼ਾਹ ਹੁਸੈਨ ਦੇ ਬਾਰੇ। ਸ਼ਾਹ ਹੁਸੈਨ ਪੰਜਾਬੀ ਸੂਫੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਹਨਾਂ ਦਾ ਜਨਮ ਲਾਹੌਰ ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਹਨਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਹਨਾਂ ਨੂੰ ਪੰਜਾਬੀ ਵਿੱਚ ਕਾਫੀ ਦਾ ਮੋਢੀ ਵੀ ਮੰਨਿਆ ਜਾਂਦਾ ਹੈ। ਉਹਨਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹਨ। ਉਹਨਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਹਨਾਂ ਦੀ ਕਬਰ ਅਤੇ ਮਜ਼ਾਰ ਬਾਗਬਾਨਪੁਰੇ ਵਿੱਚ ਸ਼ਾਲੀਮਾਰ ਬਾਗ ਦੇ ਨੇੜੇ ਹੈ। ਇੱਥੇ ਹਰ ਸਾਲ ਉਹਨਾਂ ਦਾ ਉਰਸ ਮੇਲਾ ਚਿਰਾਗਾਂ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਆਓ ਪੜ੍ਹੀਏ ਉਹਨਾਂ ਦੀ ਕਵਿਤਾ ਮਿਜ਼ਵਾਨੀ। ਇਹ ਉਹਨਾਂ ਦੀ ਇੱਕ ਕਾਫੀ ਹੈ। ਇਸ ਕਾਫੀ ਵਿੱਚ ਆਤਮਾ ਤੇ ਪਰਮਾਤਮਾ ਦੀ ਗੱਲ ਕੀਤੀ ਗਈ ਹੈ। ਪਰਮਾਤਮਾ ਤੋਂ ਵਿਛੜੀ ਆਤਮਾ ਦੀ ਤੜਫ ਨੂੰ ਬਿਆਨ ਕੀਤਾ ਗਿਆ ਹੈ। ਜੀਵ ਆਤਮਾ ਆਪਣੇ ਪ੍ਰਭੂ ਪ੍ਰੀਤਮ ਦੀ ਪ੍ਰਾਹੁਣਚਾਰੀ ਲਈ ਆਪਣੇ ਦਿਲ ਦਾ ਲਹੂ ਅਤੇ ਕਲੇਜੇ ਦੇ ਟੁਕੜੇ ਟੁਕੜੇ ਕਰਕੇ ਪੇਸ਼ ਕਰਨ ਲਈ ਤਿਆਰ ਹੈ। ਜੇਕਰ ਸਭ ਕੁਝ ਅਰਪਣ ਕਰਨ ਉਪਰੰਤ ਵੀ ਉਹ ਪ੍ਰਭੂ ਪ੍ਰੀਤਮ ਆਪਣੀ ਮਿਹਰ ਨਹੀਂ ਕਰਦਾ ਤਾਂ ਉਸਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਅੰਤ ਵਿੱਚ ਜੀਵ ਆਤਮਾ ਬੇਨਤੀ ਕਰਦੀ ਹੋਈ ਕਹਿੰਦੀ ਹੈ ਕਿ ਉਹ ਪਰਮਾਤਮਾ ਉਸਦੀ ਦੁੱਖ ਭਰੀ ਅਵਸਥਾ ਨੂੰ ਦੇਖ ਕੇ ਉਸ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਅਤੇ ਉਸਨੂੰ ਆਪਣਾ ਪਿਆਰ ਬਖਸ਼ੇ। ਆਓ ਇਸ ਦੀ ਵਿਆਖਿਆ ਕਰੀਏ। ਮਿੱਤਰਾਂ ਦੀ ਮਿਜ਼ਮਾਨੀ ਖਾਤਰ ਦਿਲ ਦਾ ਲਹੂ ਛਾਣੀ ਦਾ ਰਹਾਓ, ਕੱਢ ਕਲੇਜਾ ਕੀਤਮ ਬੇਰੇ, ਸੋ ਪੀ ਲਾਇਕ ਨਾਹੀ ਤੇਰੇ, ਹੋਰ ਤਿਉਫੀਕ ਨਾਹੀ ਕੁਛ ਮੇਰੇ, ਪਿਓ ਕਟੋਰਾ ਪਾਣੀ ਦਾ। ਸ਼ਾਹ ਹੁਸੈਨ ਜੀ ਇਸਤਰੀ ਰੂਪ ਵਿੱਚ ਕਹਿੰਦੇ ਹਨ ਕਿ ਉਹ ਆਪਣੇ ਪਿਆਰੇ ਮਿੱਤਰਾਂ ਦੋਸਤਾਂ ਭਾਵ ਪ੍ਰਭੂ ਪ੍ਰੀਤਮ ਦੀ ਪ੍ਰਾਹੁਣਚਾਰੀ ਲਈ ਆਪਣੇ ਦਿਲ ਦਾ ਲਹੂ ਵੀ ਭੇਟ ਕਰਨ ਲਈ ਤਿਆਰ ਹੈ। ਕੱਢ ਕਲੇਜਾ ਕੀਤਮ ਬੇਰੇ, ਸੋਪੀ ਲਾਇਕ ਨਾਹੀ ਤੇਰੇ, ਹੋਰ ਤਿਉਫੀਕ ਨਾਹੀ ਕੁਛ ਮੇਰੇ, ਪਿਓ ਕਟੋਰਾ ਪਾਣੀ ਦਾ। ਉਹ ਆਪਣੇ ਕਲੇਜੇ ਦੇ ਟੁਕੜੇ ਟੁਕੜੇ ਕਰਕੇ ਉਸ ਅੱਗੇ ਭੇਟ ਕਰਨ ਲਈ ਤਿਆਰ ਹੈ। ਫਿਰ ਵੀ ਉਸ ਦਾ ਪਿਆਰਾ ਉਸ ਨੂੰ ਪ੍ਰਵਾਨ ਨਹੀਂ ਕਰਦਾ। ਹੁਣ ਮੇਰੇ ਵਿੱਚ ਇੰਨੀ ਵੀ ਤਾਕਤ ਨਹੀਂ ਹੈ ਕਿ ਮੈਂ ਉਸ ਨੂੰ ਇੱਕ ਕਟੋਰਾ ਪਾਣੀ ਦਾ ਪੀਣ ਲਈ ਕਹਿ ਸਕਾਂ। ਮਿੱਤਰਾਂ ਲਿਖ ਕਿਤਾਬਤ ਭੇਜੀ, ਲੱਗਾ ਬਾਣ ਫਿਰਾ ਤੜਫੇਂਦੀ, ਤਨ ਵਿੱਚ ਤਾਕਤ ਰਹੀ ਨਾ ਮੂਲੇ, ਰੋ ਰੋ ਹਰਫ ਪਛਾਣੀ ਦਾ। ਮਿੱਤਰਾਂ ਲਿਖ ਕਿਤਾਬਤ ਭੇਜੀ। ਸ਼ਾਹ ਹੁਸੈਨ ਜੀ ਇਸਤਰੀ ਰੂਪ ਵਿੱਚ ਕਹਿੰਦੇ ਹਨ ਕਿ ਮੇਰੇ ਪ੍ਰਭੂ ਪ੍ਰੀਤਮ ਨੇ ਮੈਨੂੰ ਇੱਕ ਚਿੱਠੀ ਲਿਖ ਕੇ ਭੇਜੀ ਹੈ। ਕਿਤਾਬਤ ਮੀਨਸ ਚਿੱਠੀ ਲਿਖ ਕੇ ਭੇਜੀ ਹੈ। ਲੱਗਾ ਬਾਣ ਫਿਰਾ ਤੜਫੇਂਦੀ, ਜਿਸ ਨੂੰ ਪੜ੍ਹ ਕੇ ਮੇਰੇ ਦਿਲ ਵਿੱਚ ਬਹਿਰਾ ਦੇ ਤੀਰ ਲੱਗ ਗਏ ਹਨ, ਵਿਛੋੜੇ ਦੇ ਤੀਰ ਲੱਗ ਗਏ ਹਨ। ਤਨ ਵਿੱਚ ਤਾਕਤ ਨਹੀਂ ਰਹੀ ਨਾ ਮੂਲੇ, ਰੋ ਰੋ ਹਰਫ ਪਛਾਣੀ ਦਾ। ਉਹ ਕਹਿੰਦੇ ਨੇ ਕਿ ਇਹਨਾਂ ਨੇ ਮੈਨੂੰ ਤੜਫਾ ਕੇ ਰੱਖ ਦਿੱਤਾ ਹੈ। ਇਸ ਪੀੜ ਨਾਲ ਮੇਰੇ ਸਰੀਰ ਵਿੱਚ ਬਿਲਕੁਲ ਵੀ ਤਾਕਤ ਨਹੀਂ ਰਹੀ। ਮੈਂ ਤਾਂ ਰੋ ਰੋ ਕੇ ਉਸਦਾ ਇੱਕ ਇੱਕ ਅੱਖਰ ਪਛਾਣਨ ਦਾ ਯਤਨ ਕਰ ਰਹੀ ਹਾਂ। ਬਹਿਰਾ ਦੀ ਪੀੜ ਨਾਲ ਮਨੁੱਖ ਬੇਹਾਲ ਹੋ ਜਾਂਦਾ ਹੈ, ਇਹ ਸਾਨੂੰ ਪਤਾ ਹੈ। ਤੇ ਇਹ ਹੀ ਸ਼ਾਹ ਹੁਸੈਨ ਜੀ ਆਪਣੀ ਕਵਿਤਾ ਵਿੱਚ ਸਾਨੂੰ ਦੱਸ ਰਹੇ ਹਨ। ਤੇ ਵਿਛੋੜਾ ਕਿਸ ਦਾ ਹੈ? ਪ੍ਰਭੂ ਪ੍ਰੀਤਮ ਨਾਲ ਇਸ ਜੀਵ ਦਾ। ਤਨ ਮਨ ਆਪਣਾ ਪੁਰਜੇ ਕੀਤਾ, ਤੈਨੂੰ ਮਿਹਰ ਨਾ ਆਈਆਂ ਮੀਤਾ, ਅਸਾਨੂੰ ਹੋਰ ਉਜਰ ਨਾ ਕੋਈ, ਚਾਰਾ ਕੀਆ ਨਿਮਾਣੀ ਦਾ। ਤਨ ਮਨ ਆਪਣਾ ਪੁਰਜੇ ਕੀਤਾ, ਤੈਨੂੰ ਮਿਹਰ ਨਾ ਆਈਆਂ ਮੀਤਾ। ਸ਼ਾਹ ਹੁਸੈਨ ਜੀ ਇਸਤਰੀ ਰੂਪ ਵਿੱਚ ਕਹਿੰਦੇ ਹਨ ਕਿ ਹੇ ਮੇਰੇ ਪਿਆਰੇ ਪ੍ਰਭੂ ਪ੍ਰੀਤਮ, ਮੈਂ ਆਪਣਾ ਤਨ ਮਨ ਟੁਕੜੇ ਟੁਕੜੇ ਕਰਕੇ ਤੇਰੇ ਅੱਗੇ ਭੇਟ ਕਰ ਦਿੱਤਾ ਹੈ, ਪਰ ਫਿਰ ਵੀ ਤੈਨੂੰ ਮੇਰੇ ਉੱਤੇ ਤਰਸ ਨਹੀਂ ਆਇਆ। ਅਸਾਨੂੰ ਹੋਰ ਉਜਰ ਨਾ ਕੋਈ, ਚਾਰਾ ਕੀਆ ਨਿਮਾਣੀ ਦਾ। ਜੇਕਰ ਤੂੰ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਨਹੀਂ ਕਰਦਾ ਤਾਂ ਉਸ ਅੱਗੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਮੈਂ ਫਿਰ ਵੀ ਤੈਨੂੰ ਭੁਲਾ ਨਹੀਂ ਸਕਦੀ। ਕਹੇ ਹੁਸੈਨ ਫਕੀਰ ਨਿਮਾਣਾ, ਤੈ ਬਾਝਿਓ ਕੋਈ ਹੋਰ ਨਾ ਜਾਣਾ, ਤੂੰ ਹੀ ਦਾਨਾ ਤੂੰ ਹੀ ਬੀਨਾ, ਤੂੰ ਹੈ ਤਾਣ ਨਿਤਾਣੀ ਦਾ। ਸ਼ਾਹ ਹੁਸੈਨ ਜੀ ਇਸਤਰੀ ਰੂਪ ਵਿੱਚ ਕਹਿੰਦੇ ਹਨ ਕਿ ਹੇ ਮੇਰੇ ਪਿਆਰੇ ਪ੍ਰਭੂ ਪ੍ਰੀਤਮ, ਕਹੇ ਹੁਸੈਨ ਫਕੀਰ ਨਿਮਾਣਾ, ਤੈ ਬਾਝਿਓ ਕੋਈ ਹੋਰ ਨਾ ਜਾਣਾ। ਮੈਂ ਤੇ ਤੇਰੇ ਬਿਨਾਂ ਕੋਈ ਹੋਰ ਕਿਸੇ ਨੂੰ ਨਹੀਂ ਜਾਣਦੀ। ਤੂੰ ਹੀ ਮੇਰੀ ਓਟ ਹੈ, ਸਹਾਰਾ ਹੈ। ਤੂੰ ਹੀ ਦਾਨਾ ਬੀਨਾ, ਤੂੰ ਹੀ ਦਾਨਾ ਤੂੰ ਹੀ ਬੀਨਾ, ਤੂੰ ਹੀ ਮੇਰੀ ਓਟ ਹੈ, ਤੂੰ ਹੀ ਮੇਰਾ ਸਹਾਰਾ ਹੈ। ਤੂੰ ਹੀ ਤਾਣ ਨਿਤਾਣੀ ਦਾ। ਤੂੰ ਮੇਰੀ ਦੁੱਖ ਭਰੀ ਅਵਸਥਾ ਨੂੰ ਸਮਝਣ ਵਾਲਾ ਹੈ। ਮੇਰੇ ਉੱਪਰ ਮਿਹਰ ਕਰ।
ਤੂੰ ਬੜਾ ਸਿਆਣਾ ਹੈ, ਮੈਂ ਤਾਂ ਨਿਤਾਣੀ ਹਾਂ, ਛੋਟੀ ਹਾਂ, ਤੂੰ ਮੇਰੀ ਤਾਕਤ ਹੈ। ਇਸ ਪ੍ਰਕਾਰ ਉਹ ਕਹਿੰਦੇ ਹਨ ਕਿ ਜੀਵਾਤਮਾ ਪਰਮਾਤਮਾ ਦਾ ਵਿਛੋੜਾ ਝੱਲ ਨਹੀਂ ਸਕ ਰਿਹਾ। ਇਸ ਕਰਕੇ ਉਹ ਜੀਵਾਤਮਾ ਤੇ ਪਰਮਾਤਮਾ ਤੋਂ ਵਿਛੋੜੇ ਦੇ ਮਿਲਾਪ ਦੀ ਤੜਫ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੇ ਹਨ। ਜੀਵਾਤਮਾ ਲਈ ਪ੍ਰਭੂ ਪ੍ਰੀਤਮ ਦਾ ਵਿਛੋੜਾ ਅਸਹਿ ਹੈ। ਉਹ ਉਸਦੇ ਮਿਲਾਪ ਲਈ ਆਪਣਾ ਤਨ ਮਨ ਟੁਕੜੇ ਕਰਕੇ ਅਰਪਣ ਕਰਨ ਲਈ ਤਿਆਰ ਹੈ, ਪਰ ਉਸਦੇ ਦਿਲ ਵਿੱਚ ਬਿਲਕੁਲ ਵੀ ਦਇਆ ਨਹੀਂ ਆਉਂਦੀ। ਇਹੀ ਸਾਨੂੰ ਸ਼ਾਹ ਹੁਸੈਨ ਜੀ ਆਪਣੀ ਇਸ ਕਾਫੀ ਰਾਹੀਂ ਦੱਸ ਰਹੇ ਹਨ। ਤੁਸੀਂ ਇਸ ਨੂੰ ਪੜ੍ਹਨਾ ਹੈ, ਇਸ ਦੀ ਵਿਆਖਿਆ ਸਮਝਣੀ ਹੈ ਤੇ ਇਸ ਦੇ ਔਖੇ ਸ਼ਬਦ ਕਰਨੇ ਹਨ। ਇਸ ਦੇ ਔਖੇ ਸ਼ਬਦ ਹਨ ਮਿਜਮਾਨੀ। ਮਿਜਮਾਨੀ ਕੀ ਹੁੰਦਾ ਹੈ? ਮਹਿਮਾਨ ਨਿਵਾਜੀ ਕਰਨਾ। ਕੀ ਹੁੰਦਾ ਹੈ ਮਿਜਮਾਨੀ? ਮਹਿਮਾਨ ਨਿਵਾਜੀ ਕਰਨਾ। ਕੀਤਮ। ਕੀਤਮ ਕੀ ਹੁੰਦਾ ਹੈ? ਮੈਂ ਕੀਤਾ। ਤੇ ਬੇਰੇ ਕੀ ਹੁੰਦਾ ਹੈ? ਟੁਕੜੇ। ਲਾਇਕ ਕਾਬਲ ਜਾਂ ਜੋਗ। ਤਿਉਫੀਕ। ਤਿਉਫੀਕ ਕੀ ਹੁੰਦਾ ਹੈ? ਸਮਰਥਾ। ਕਿਛ ਕੁਝ। ਕਿਛ ਮੀਨਸ ਕੁਝ। ਪਿਓ ਪੀਣ ਲਈ ਕਹਿਣਾ। ਕਿਤਾਬਤ ਕੀ ਹੁੰਦਾ ਹੈ? ਚਿੱਠੀ। ਬਾਣ ਕੀ ਹੁੰਦਾ ਹੈ? ਤੀਰ। ਤੜਫੇਂਦੀ ਤੜਫਦੀ ਹੋਈ। ਮੂਲੇ ਬਿਲਕੁਲ ਵੀ। ਹਰਫ ਅੱਖਰ। ਪਛਾਣੀ ਦਾ ਪਛਾਣਦੀ ਹੈ। ਪੁਰਜੇ ਟੁਕੜੇ ਟੁਕੜੇ। ਮਿਹਰ ਪ੍ਰੇਮ ਪਿਆਰ। ਮਿਹਰ ਕਿਸ ਨੂੰ ਆਖਦੇ ਹਨ? ਪਿਆਰ ਪ੍ਰੇਮ ਨੂੰ। ਆਇਆ। ਆਇਆ ਕਿਸ ਨੂੰ ਆਖਦੇ ਹਨ? ਆਇਆ। ਕੋਈ ਆਇਆ ਹੈ ਨਾ, ਉਸ ਨੂੰ ਬੋਲਦੇ ਆਇਆ। ਅੱਗੇ ਹੈ ਮੀਤਾ। ਮੀਤਾ ਕੀ ਹੁੰਦਾ ਹੈ? ਮਿੱਤਰ। ਉਜਰ ਕੀ ਹੁੰਦਾ ਹੈ? ਇਨਕਾਰ। ਚਾਰਾ ਕਿਸ ਨੂੰ ਆਖਦੇ ਹਨ? ਜ਼ੋਰ। ਕਈ ਵਾਰ ਅਸੀਂ ਕਹਿ ਦਿੰਦੇ ਕਿ ਮੇਰਾ ਕੋਈ ਚਾਰਾ ਨਹੀਂ ਚੱਲ ਰਿਹਾ, ਮੇਰਾ ਕੋਈ ਜ਼ੋਰ ਨਹੀਂ ਚੱਲ ਰਿਹਾ, ਤਾਂ ਚਾਰਾ ਕੀ ਹੁੰਦਾ ਹੈ? ਜ਼ੋਰ। ਨਿਮਾਣੀ ਕੀ ਹੁੰਦਾ ਹੈ? ਬੇਬਸ, ਜਿਸ ਦੇ ਬਸ ਵਿੱਚ ਕੁਝ ਨਾ ਹੋਵੇ। ਤੈਂ ਕੀ ਹੁੰਦਾ ਹੈ? ਤੇਰੇ। ਠੀਕ ਹੈ। ਨਿਮਾਣਾ ਕੀ ਹੁੰਦਾ ਹੈ? ਜਿਸ ਦਾ ਕੋਈ ਮਾਣ ਨਹੀਂ। ਬਾਝੋਂ। ਬਾਝੋਂ ਕੀ ਹੁੰਦਾ ਹੈ? ਬਿਨਾਂ। ਦਾਨਾ ਬਿਨਾ ਕੀ ਹੁੰਦਾ ਹੈ? ਜਾਣਨ ਵਾਲਾ। ਤਾਣ ਦਾਨਾ ਬਿਨਾ, ਤੂੰ ਹੀ ਦਾਨਾ ਤੂੰ ਹੀ ਬਿਨਾ, ਕਿ ਤੂੰ ਹੀ ਸਭ ਕੁਛ ਜਾਣਦਾ ਹੈ, ਮੇਰੇ ਦੁੱਖ ਸੁੱਖ ਨੂੰ ਤੂੰ ਹੀ ਪਛਾਣਦਾ ਹੈ, ਸਭ ਕੁਛ ਜਾਣਨ ਵਾਲਾ ਦਾਨਾ ਬਿਨਾ। ਤਾਣ ਕੀ ਹੁੰਦਾ ਹੈ? ਜ਼ੋਰ ਸ਼ਕਤੀ। ਤੇ ਨਿਤਾਣੀ ਕੀ ਹੁੰਦਾ ਹੈ? ਜਿਸ ਨੂੰ ਕਿਸੇ ਦਾ ਸਹਾਰਾ ਨਾ ਹੋਵੇ। ਤਾਂ ਬੱਚਿਓ ਤੁਸੀਂ ਇਹ ਔਖੇ ਸ਼ਬਦ ਅਰਥ ਕਰਨੇ ਹਨ ਤੇ ਇਸ ਦੀ ਵਿਆਖਿਆ ਵੀ ਜ਼ਰੂਰ ਪੜ੍ਹਨੀ ਹੈ। ਧੰਨਵਾਦ।